ਲੇਖ ਕਰਾਂਗੇ ਮੇਰੀ ਮਨਪਸੰਦ ਪੁਸਤਕ। ਬੇਟਾ ਇਹ ਜਿਹੜੀ ਮੇਰੀ ਮਨਪਸੰਦ ਪੁਸਤਕ ਹੈ ਇਹਦੇ ਵਿੱਚ ਅਸੀਂ ਦੱਸਾਂਗੇ ਕਿ ਜਿਹੜਾ ਪੰਜਾਬੀ ਸਾਹਿਤ ਹੈ ਇੰਟਰੋਡਕਸ਼ਨ ਦੇ ਵਿੱਚ ਦੱਸਾਂਗੇ ਕਿ ਉਹ ਬਹੁਤ ਅਮੀਰ ਹੈ। ਬੜੀਆਂ ਸਾਰੀਆਂ ਰਚਨਾਵਾਂ ਨੇ, ਪੁਸਤਕਾਂ ਨੇ, ਬਹੁਤ ਕੁਝ ਜਿਹੜਾ ਹੈ ਪੰਜਾਬੀ ਸਾਹਿਤ ਵਿੱਚ ਨਾਵਲ, ਕਹਾਣੀਆਂ, ਕਵਿਤਾਵਾਂ ਲਿਖੀਆਂ ਗਈਆਂ ਨੇ, ਵਾਰਤਕ ਵੀ ਲਿਖੇ ਗਏ ਨੇ। ਅਤੇ ਤੁਸੀਂ ਇਹਦੇ ਵਿੱਚ ਲੇਖਕਾਂ ਦਾ ਨਾਮ ਲਿਖ ਕੇ ਜਿਹੜੇ ਤੁਹਾਡੇ ਮਨਪਸੰਦ ਲੇਖਕ ਨੇ ਉਹਨਾਂ ਨੇ ਕਿਹੜੀਆਂ ਕਿਤਾਬਾਂ ਲਿਖੀਆਂ ਉਹਦੇ ਬਾਰੇ ਜਿਹੜਾ ਤੁਸੀਂ ਇਹਦੇ ਵਿੱਚ ਦੱਸ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਇਹਦੇ ਵਿੱਚ ਜਿਹੜੀ ਭਾਬੀ ਮੈਨਾ ਦੀ ਜਿਹੜੀ ਪੁਸਤਕ ਹੈ ਉਹਦੇ ਬਾਰੇ, ਉਹਦੀਆਂ ਕਹਾਣੀਆਂ ਬਾਰੇ ਲਿਖਿਆ ਗਿਆ ਹੈ ਤਾਂ ਤੁਸੀਂ ਉਹੀ ਲਿਖੋਗੇ। ਜੇ ਤੁਸੀਂ ਵੀ, ਤੁਹਾਡੀ ਵੀ ਕੋਈ ਮਨਪਸੰਦ ਪੁਸਤਕ ਹੈ ਤਾਂ ਤੁਸੀਂ ਉਹਦੇ ਬਾਰੇ ਲਿਖ ਸਕਦੇ ਜੇ ਲੇਖ ਦੇ ਵਿੱਚ। ਪਰ ਹੁਣ ਅਸੀਂ ਇਹਦੇ ਵਿੱਚ ਇਹ ਪੜ੍ਹਾਂਗੇ ਕਿ ਇੰਟਰੋਡਕਸ਼ਨ ਦੇਖੋ ਪਹਿਲਾਂ, ਜਾਣ ਪਛਾਣ। ਪੰਜਾਬੀ ਸਾਹਿਤ ਰਚਨਾਵਾਂ ਵੰਗੀ ਪੱਖੋਂ ਬਹੁਤ ਅਮੀਰ ਹਨ। ਮੇਰੀ ਪੰਜਾਬੀ ਦੀਆਂ ਪੁਸਤਕਾਂ ਵਿੱਚ ਖਾਸ ਦਿਲਚਸਪੀ ਹੈ ਕਿ ਜਿਹੜੀ ਪੰਜਾਬੀ ਸਾਹਿਤ ਹੈ ਉਹ ਬਹੁਤ ਅਮੀਰ ਹੈ। ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਅਤੇ ਵੰਗੀਆਂ ਨੇ ਪੁਸਤਕਾਂ, ਮਤਲਬ ਜਿਹੜੀਆਂ ਨੇ ਇਹਦੇ ਵਿੱਚ ਪੰਜਾਬੀ ਸਾਹਿਤ ਵਿੱਚ ਹੈਗੀਆਂ ਨੇ। ਅਤੇ ਕਹਿੰਦੇ ਮੇਰੀ ਬਹੁਤ ਰੁਚੀ ਹੈਗੀ, ਮੇਰੀ ਬਹੁਤ ਜ਼ਿਆਦਾ ਪੰਜਾਬੀ ਦੀਆਂ ਪੁਸਤਕਾਂ ਵਿੱਚ ਦਿਲਚਸਪੀ ਹੈਗੀ ਹੈ। ਲਾਇਬ੍ਰੇਰੀ ਦੇ ਇਕਾਂਤ ਮਾਹੌਲ ਵਿੱਚ ਪੁਸਤਕਾਂ ਪੜ੍ਹਨੀਆਂ ਮੈਨੂੰ ਹੋਰ ਵੀ ਚੰਗੀਆਂ ਲੱਗਦੀਆਂ ਹਨ। ਕਿ ਜਦੋਂ ਅਸੀਂ ਲਾਇਬ੍ਰੇਰੀ ਦੇ ਵਿੱਚ ਬਹਿੰਦੇ ਹਾਂ ਅਤੇ ਉਹ ਕਿਹਾ ਗਿਆ ਉਹਦੇ ਬਾਰੇ ਕਿ ਮੈਨੂੰ ਉਹ ਜਿਹੜੀ ਹੈ ਬਹੁਤ ਹੀ ਚੰਗੀ ਲੱਗਦੀ ਹੈ ਉਹਦੇ ਵਿੱਚ ਕਿਤਾਬਾਂ ਪੜ੍ਹਨੀਆਂ ਇਕਾਂਤ ਮਾਹੌਲ ਦੇ ਵਿੱਚ। ਮੈਂ ਬਹੁਤ ਸਾਰੇ ਨਾਵਲ, ਕਹਾਣੀਆਂ, ਕਵਿਤਾਵਾਂ, ਵਾਰਤਕ ਦੀਆਂ ਕਿਤਾਬਾਂ ਪੜ੍ਹੀਆਂ ਹਨ। ਕਹਾਣੀ ਪੜ੍ਹਨ ਵਿੱਚ ਮੇਰੀ ਬਹੁਤ ਰੁਚੀ ਹੈ। ਉਂਝ ਤਾਂ ਮੈਂ ਕਹਾਣੀਆਂ ਦੀਆਂ ਕਈ ਕਿਤਾਬਾਂ ਪੜ੍ਹੀਆਂ ਹਨ। ਉਹਨਾਂ ਕਿਤਾਬਾਂ ਵਿੱਚੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਭਾਬੀ ਮੈਨਾ ਅਤੇ ਹੋਰ ਕਹਾਣੀਆਂ ਪੁਸਤਕ ਮੈਨੂੰ ਬਹੁਤ ਪਸੰਦ ਹੈ। ਵੀ ਇਹ ਜਿਹੜੀ ਕਿਤਾਬ ਹੈ ਭਾਬੀ ਮੈਨਾ ਅਤੇ ਹੋਰ ਕਹਾਣੀਆਂ, ਇਹ ਪੁਸਤਕ ਜਿਹੜੀ ਹੈ ਮੈਨੂੰ ਬਹੁਤ ਪਸੰਦ ਹੈ। ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਹੋਈ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੰਜਾਬੀ ਵਾਰਤਕ ਵਿੱਚ ਨਿਵੇਕਲਾ ਸਥਾਨ ਹੈ। ਵੀ ਗੁਰਬਖਸ਼ ਸਿੰਘ ਪ੍ਰੀਤਲੜੀ ਜਿਹੜਾ ਉਹਦਾ ਇੱਕ ਨਵਾਂ ਹੀ ਸਥਾਨ ਹੈ, ਵੱਖਰਾ ਜਿਹਾ ਸਥਾਨ ਹੈ ਪੰਜਾਬੀ ਭਾਸ਼ਾ ਵਿੱਚ। ਮੇਰੀ ਇਸ ਮਨਪਸੰਦ ਪੁਸਤਕ ਵਿੱਚ ਕੁੱਲ 10 ਕਹਾਣੀਆਂ ਹਨ। ਕਹਾਣੀ ਭਾਬੀ ਮੈਨਾ ਇਸ ਪੁਸਤਕ ਦੀ ਸਰਵੋਤਮ ਕਹਾਣੀ ਹੈ। ਸ਼ਾਇਦ ਇਸੇ ਲਈ ਕਹਾਣੀਕਾਰ ਨੇ ਇਸ ਪੁਸਤਕ ਦੇ ਨਾਮ ਵਿੱਚ ਇਸ ਕਹਾਣੀ ਨੂੰ ਸਥਾਨ ਦਿੱਤਾ ਹੈ। ਜਿਹੜਾ ਇਹ ਭਾਬੀ ਮੈਨਾ ਜਿਹੜੀ ਹੈਗੀ ਹੈ ਕਹਾਣੀ, ਉਹ ਬਹੁਤ ਹੀ ਵਧੀਆ ਲੱਗਦੀ ਹੈ ਮੈਨੂੰ। ਅਤੇ ਇਸੇ ਕਰਕੇ ਸ਼ਾਇਦ ਲੇਖਕ ਨੇ ਕਹਾਣੀ ਐਡੀ ਵਧੀਆ ਹੈ ਕਿ ਕਿਤਾਬ ਦਾ ਨਾਮ ਹੀ ਉਸ ਕਹਾਣੀ ਦੇ ਨਾਮ 'ਤੇ ਰੱਖ ਦਿੱਤਾ ਹੈ, ਭਾਬੀ ਮੈਨਾ। ਮੈਂ ਇਹ ਕਿਤਾਬ ਇੱਕ ਵਾਰ ਨਹੀਂ ਕਈ ਵਾਰ ਪੜ੍ਹੀ ਹੈ। ਇਸ ਪੁਸਤਕ ਵਿਚਲੀਆਂ ਕਹਾਣੀਆਂ ਸਾਨੂੰ ਸਮਾਜ ਦੀਆਂ ਤੰਗ ਵਲਗਣਾ ਹੁੰਦੀਆਂ ਕੁਰੀਤੀਆਂ, ਬੁਰਾਈਆਂ 'ਚੋਂ ਬਾਹਰ ਕੱਢ ਕੇ ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਮਾਰਨ ਦੀ ਪ੍ਰੇਰਨਾ ਦਿੰਦੀਆਂ ਹਨ। ਕਿ ਸਾਨੂੰ ਜਿਹੜਾ ਹੈ ਜਿਹੜੀਆਂ ਕੁਰੀਤੀਆਂ ਨੂੰ ਖਤਮ ਕਰਕੇ ਨਵੀਂ ਸੋਚ ਵੱਲ ਸਾਡਾ ਧਿਆਨ ਲਾਉਂਦੀਆਂ ਹਨ। ਇਹ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਹਨ। ਜਾਤ ਪਾਤ, ਫਿਰਕਾ ਪ੍ਰਸਤੀ ਅਤੇ ਤੰਗ ਨਜ਼ਰੀਏ ਖਤਮ ਕਰਨ ਲਈ ਇਹ ਪੁਸਤਕ ਸਮਾਜਿਕ ਕੁਰੀਤੀਆਂ 'ਤੇ ਚਾਨਣਾ ਪਾਉਂਦੀ ਹੋਈ ਨਵੀਂ ਸੇਧ ਹੈ। ਕਿ ਜਿਹੜੀਆਂ ਪੁਰਾਣੀਆਂ ਸੀਗੀਆਂ ਬੁਰਾਈਆਂ ਚੱਲੀਆਂ ਆ ਰਹੀਆਂ, ਫਿਰਕਾ ਪ੍ਰਸਤੀ, ਜਾਤ ਪਾਤ, ਧਰਮ ਦਾ ਭੇਦਭਾਵ, ਉੱਚ ਨੀਚ ਦਾ ਭੇਦਭਾਵ, ਉਹ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ 'ਤੇ ਚਾਨਣਾ ਪਾਉਂਦੀ ਹੈ ਅਤੇ ਸਾਡੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੰਦੀ ਹੈ, ਨਵੀਂ ਸੇਧ ਦਿੰਦੀ ਹੈ, ਮਤਲਬ ਨਵੀਂ ਦਿਸ਼ਾ ਦਿੰਦੀ ਹੈ। ਇਸ ਪੁਸਤਕ ਵਿਚਲੀਆਂ ਕਹਾਣੀਆਂ ਦਾ ਆਧਾਰ ਪ੍ਰੇਮ ਹੈ ਅਤੇ ਇਹੀ ਮੁੱਖ ਵਿਸ਼ਾ ਹੈ। ਲੇਖਕ ਕਹਿਣਾ ਚਾਹੁੰਦਾ ਹੈ ਕਿ ਪ੍ਰੇਮ ਉਮਰ, ਮੁਲਕ, ਕੌਮ ਜਾਂ ਸਮਾਂ ਨਹੀਂ ਵੇਖਦਾ। ਪ੍ਰੇਮ ਇਹਨਾਂ ਬੰਧਨਾਂ ਤੋਂ ਮੁਕਤ ਹੈ। ਉਸ ਨੇ ਕੁਝ ਸਮਾਜਿਕ ਕੁਰੀਤੀਆਂ ਨੂੰ ਚਿਤਰਿਆ ਹੈ, ਜਿਵੇਂ ਵਿਧਵਾ ਦੀ ਹਾਲਤ, ਉਸ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ, ਛੋਟੇ ਬਾਲ ਨਾਲ ਵੀ ਉਸ ਨੂੰ ਪਿਆਰ ਕਰਨ ਦੀ ਖੁੱਲ੍ਹ ਨਹੀਂ। ਸਮਾਜ ਦੇ ਤੰਗ ਖਿਆਲਾਂ ਦੀ ਤਸਵੀਰ ਦਿਖਾ ਕੇ ਸਮਾਜ ਨੂੰ ਸੋਚਣ ਲਈ ਲੇਖਕ ਨੇ ਵਿਸ਼ਾ ਦਿੱਤਾ ਹੈ ਕਿ ਜਿੰਨੀਆਂ ਵੀ ਬੁਰਾਈਆਂ ਨੇ, ਜਿਵੇਂ ਵਿਧਵਾ ਦੀ ਹਾਲਤ ਜਿਹੜੀ ਹੋ ਗਈ, ਉਹਦੀ ਜਿਹੜੀ ਹਾਲਤ ਬਾਰੇ ਚਿਤਰਿਆ ਗਿਆ ਹੈ। ਹੋਰ ਵੀ ਜਿਹੜੀਆਂ ਸੀਗੀਆਂ ਸਮਾਜਿਕ ਕੁਰੀਤੀਆਂ, ਉਹਨਾਂ ਨੂੰ ਚਿਤਰਿਆ ਗਿਆ ਹੈ। ਅਤੇ ਇਹ ਜਿਹੜੀ ਕਿਤਾਬ ਹੈ ਇਹਦਾ ਆਧਾਰ ਜਿਹੜਾ ਹੈ ਪ੍ਰੇਮ ਹੈ।
ਤੇ ਇਹ ਪ੍ਰੇਮ ਜਿਹੜਾ ਕੋਈ ਉਮਰ, ਮੁਲਕ ਜਾਂ ਕੌਮ ਵੇਖ ਕੇ ਨਹੀਂ ਹੁੰਦਾ। ਤੇ ਜਿਹੜੀ ਵਿਧਵਾ ਹੈ ਉਹਨੂੰ ਇੱਕ ਛੋਟੇ ਬੱਚੇ ਨਾਲ ਵੀ ਪਿਆਰ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਜਿਹੜਾ ਸਮਾਜ ਦੀ ਤਸਵੀਰ ਇਸ ਤਰ੍ਹਾਂ ਦੀ ਦਿਖਾ ਕੇ ਲੇਖਕ ਨੇ ਸਾਨੂੰ ਸੋਚਣ ਲਈ, ਸਮਾਜ ਨੂੰ ਸੋਚਣ ਲਈ ਮਜਬੂਰ ਕੀਤਾ ਹੈ। ਸ਼ਬਦਾਂ ਦੇ ਜਾਦੂਗਰ ਗੁਰਬਖਸ਼ ਸਿੰਘ ਨੇ ਸਰਲ ਪੰਜਾਬੀ ਭਾਸ਼ਾ ਦਾ ਪ੍ਰਯੋਗ ਕਰਕੇ ਲੋਕਾਂ ਦੀ ਬੋਲੀ ਰਾਹੀਂ ਕਹਾਣੀ ਨੂੰ ਬੁਣਿਆ ਉਹ ਸੁਹਜ ਸਵਾਦ ਨਾਲ ਭਰਪੂਰ ਹੁੰਦੀ ਹੈ ਕਿ ਉਹਨੇ ਇਸ ਤਰ੍ਹਾਂ ਦੇ ਸ਼ਬਦਾਂ ਦੇ ਵਿੱਚ ਇਸ ਨੂੰ ਪਰੋਇਆ ਹੈ, ਇਸ ਕਿਤਾਬ ਨੂੰ, ਕਿ ਜਿਹਦੇ ਵਿੱਚ ਬੜਾ ਹੀ ਆਨੰਦ ਆਉਂਦਾ ਹੈ ਪੜ੍ਹ ਕੇ। ਉਹ ਸਹਿਜ ਸਵਾਦ ਨਾਲ ਭਰਪੂਰ ਹੁੰਦੀ ਹੋਈ ਪਾਠਕ ਦੇ ਹਿਰਦੇ ਤੱਕ ਦਸਤਕ ਦਿੰਦੀ ਹੈ ਕਿ ਇੰਨੇ ਮਜ਼ੇਦਾਰ ਉਹ ਜਿਹੜੀ ਹੈਗੀ ਪੁਸਤਕ ਹੈਗੀ ਹੈ ਕਿ ਜਿਹੜੀ ਕਿ ਸਾਡੇ ਦਿਲਾਂ ਤੱਕ ਦਸਤਕ ਦਿੰਦੀ ਹੈ। ਛੋਟੇ ਛੋਟੇ ਵਾਕਾਂ ਦਾ ਪ੍ਰਯੋਗ ਕੀਤਾ ਗਿਆ ਹੈ, ਜੋ ਕਿਧਰੇ ਵਾਕ ਲੰਬੇ ਵੀ ਹੋ ਜਾਣ ਤਾਂ ਉਹ ਕਾਉਂਦੇ ਨਹੀਂ, ਕਿ ਬੋਰੀਅਤ ਮਹਿਸੂਸ ਨਹੀਂ ਹੁੰਦੀ। ਉਹ ਪੜ੍ਹ ਕੇ ਚੰਗਾ ਲੱਗਦਾ ਹੈ, ਭਾਵੇਂ ਛੋਟੇ ਵਾਕ ਹੋਣ ਜਾਂ ਵੱਡੇ ਵਾਕ ਵੀ ਹੋ ਜਾਣ, ਤਾਂ ਵੀ ਉਹ ਪੜ੍ਹ ਕੇ ਉਕਾਊ ਨਹੀਂ ਮਹਿਸੂਸ ਹੁੰਦਾ। ਸਮਾਂ ਰੁਚੀ ਜਿਹੜੀ ਹੈ ਉਹ ਬਣੀ ਰਹਿੰਦੀ, ਸਗੋਂ ਰੁਚੀ ਪੈਦਾ ਕਰਦੇ ਹਨ। ਪਾਤਰਾਂ ਦੀ ਬੋਲੀ ਕੰਨਾਂ ਵਿੱਚ ਮਿਸ਼ਰੀ ਘੋਲਦੀ ਹੈ। ਕਹਾਣੀਆਂ ਦੇ ਪਾਤਰ ਜ਼ਿੰਦਗੀ ਵਿੱਚ ਆਮ ਮਿਲਦੇ ਹਨ, ਕਿ ਜਿਸ ਤਰ੍ਹਾਂ ਦੇ ਉਹ ਕਹਾਣੀਆਂ ਦੇ ਪਾਤਰ ਬਣੇ ਹੋਏ ਆ ਉਹ ਆਮ ਜ਼ਿੰਦਗੀ ਵਿੱਚ ਮਿਲ ਹੀ ਜਾਂਦੇ ਹਨ। ਨਿੱਕੀਆਂ ਨਿੱਕੀਆਂ ਘਟਨਾਵਾਂ 'ਤੇ ਆਧਾਰਿਤ ਇਸ ਪੁਸਤਕ ਵਿਚਲੀਆਂ ਕਹਾਣੀਆਂ ਬਹੁਤ ਹੀ ਖਿੱਚ ਭਰਪੂਰ ਹਨ, ਕਿ ਇਹਦੇ ਵਿੱਚ ਜਿਹੜੀਆਂ ਨਿੱਕੀਆਂ ਨਿੱਕੀਆਂ ਕਹਾਣੀਆਂ ਨੇ ਨਾ ਉਹ ਬਹੁਤ ਹੀ ਦਿਲ ਨੂੰ ਖਿੱਚ ਪਾਉਂਦੀਆਂ ਨੇ। ਲੇਖਕ ਨੇ ਜੋ ਵੀ ਲਿਖਿਆ ਹੈ ਬਹੁਤ ਸੋਚ ਵਿਚਾਰ ਕੇ ਲਿਖਿਆ ਹੈ। ਲੇਖਕ ਨੇ ਬਹੁਤ ਹੀ ਸੋਚ ਵਿਚਾਰ ਕੇ ਇਸ ਕਹਾਣੀ ਨੂੰ ਲਿਖਿਆ। ਆਪਣੀ ਗੱਲ ਮਨਾਉਣ ਲਈ ਜੋ ਉਸਨੇ ਦਲੀਲਾਂ ਵਰਤੀਆਂ ਹਨ ਉਹਨਾਂ ਦੀ ਜੜਤ ਪਾਠਕ ਨੂੰ ਕੀਲ ਲੈਂਦੀ ਹੈ, ਵੀ ਪੜ੍ਹਨ ਵਾਲੇ ਦੇ ਮਨ 'ਤੇ ਬਹੁਤ ਅਸਰ ਪਾਉਂਦੀ ਹੈ ਜੋ ਵੀ ਉਸਨੇ ਕਹਾਣੀਆਂ ਦੇ ਵਿੱਚ ਲਿਖਿਆ ਹੈ। ਇੱਕ ਤੋਂ ਬਾਅਦ ਦੂਸਰੀ ਕਹਾਣੀ ਨੂੰ ਪੜ੍ਹਨ ਦੀ ਰੋਚਕਤਾ ਕਾਇਮ ਰਹਿੰਦੀ ਹੈ। ਹਰ ਕਹਾਣੀ ਦਾ ਆਪਣਾ ਵਿਸ਼ਾ ਹੈ, ਦੁਹਰਾਓ ਕਿਤੇ ਵੀ ਨਜ਼ਰ ਨਹੀਂ ਆਉਂਦਾ। ਜ਼ਿੰਦਗੀ ਨੂੰ ਜਿਉਣ ਦੀ ਨਵੀਂ ਜਾਂਚ ਦੇਣ ਵਾਲੀ ਇਹ ਪੁਸਤਕ ਸੱਚਮੁੱਚ ਮੈਨੂੰ ਬਹੁਤ ਪਸੰਦ ਹੈ। ਇਹ ਪੁਸਤਕ ਮੈਂ ਆਪਣੇ ਸਭ ਤੋਂ ਪੱਕੇ ਮਿੱਤਰ ਰਮਨਦੀਪ, ਤੁਸੀਂ ਆਪਣੇ ਵੀ ਕਿਸੇ ਮਿੱਤਰ ਦਾ ਨਾਮ ਲਿਖ ਸਕਦੇ ਹੋ ਜਾਂ ਸਹੇਲੀ ਦਾ ਨਾਮ ਲਿਖ ਦਿਓ, ਮੇਰੀ ਪੱਕੀ ਸਹੇਲੀ ਨੂੰ ਵੀ ਉਸ ਦੇ ਜਨਮ ਦਿਨ 'ਤੇ ਭੇਂਟ ਕੀਤੀ ਸੀ। ਉਸ ਨੂੰ ਵੀ ਇਹ ਪੁਸਤਕ ਬਹੁਤ ਪਸੰਦ ਆਈ। ਇਹ ਪੁਸਤਕ ਮੇਰੀ ਤੇ ਮੇਰੇ ਮਿੱਤਰ ਦੀ ਵੀ ਮਨਪਸੰਦ ਪੁਸਤਕ ਹੈ। ਮਤਲਬ ਤੁਸੀਂ ਲਿਖ ਸਕਦੇ ਹੋ ਇਹ ਪੁਸਤਕ ਮੇਰੀ ਤੇ ਮੇਰੀ ਸਹੇਲੀ ਦੀ ਵੀ ਮਨਪਸੰਦ ਹੈ। ਗਰਲਜ਼ ਇਸ ਤਰ੍ਹਾਂ ਲਿਖਣਗੀਆਂ ਔਰ ਬॉयਜ਼ ਇਹੀ ਲਿਖਣਗੇ ਕਿ ਇਹ ਮੇਰੀ ਤੇ ਮੇਰੇ ਮਿੱਤਰ ਦੀ ਮਨਪਸੰਦ ਪੁਸਤਕ ਹੈ। ਤੇ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਜਿਹੜੀ ਪੁਸਤਕ ਹੈ ਜ਼ਿੰਦਗੀ ਜੀਣ ਦੀ ਜਿਹੜੀ ਹੈ ਨਵੀਂ ਜਾਂਚ ਜਿਹੜੀ ਉਹ ਸਿਖਾਉਂਦੀ ਹੈ। ਤੇ ਇਸ ਕਰਕੇ ਮੈਨੂੰ ਜਿਹੜੀ ਇਹ ਪੁਸਤਕ ਬਹੁਤ ਪਸੰਦ ਹੈ। ਮੈਂ ਆਪਣੇ ਮਿੱਤਰ ਨੂੰ ਵੀ ਜਾਂ ਆਪਣੀ ਸਹੇਲੀ ਨੂੰ ਵੀ ਇਹ ਉਸ ਦੇ ਜਨਮ ਦਿਨ 'ਤੇ ਭੇਂਟ ਕੀਤੀ ਸੀਗੀ ਤੇ ਉਸ ਨੂੰ ਵੀ ਇਹ ਪੁਸਤਕ ਬਹੁਤ ਪਸੰਦ